Like the video, subscribe to the channel and press the bell icon for latest video updates. ਸੁਖਬੀਰ ਸਿੰਘ ਬਾਦਲ ਨੇ ਆਪਣਾ ਇੱਕ ਉਹ ਸੀਏ ਲਿਆ ਕੇ ਉੱਥੇ ਪ੍ਰਵੇਸ਼ ਕਰਾਇਆ ਜਿਹਨੂੰ ਇੱਕ ਜਿਵੇਂ ਸਕਾਈ ਲੈਬ ਨਾਲੋਂ ਲਾ ਕੇ ਨਾ ਸਾਰੀ ਸ਼੍ਰੋਮਣੀ ਕਮੇਟੀ ਦੇ ਉੱਪਰ ਇੱਕ ਸੁਪਰਨੈਚੁਰਲ ਬੰਦਾ ਉਹਨੂੰ ਇੰਪੋਜ਼ ਕਰ ਦਿੱਤਾ। ਸਮਝੇ। ਇਸੇ ਤਰ੍ਹਾਂ ਇੱਕ ਚੀਫ ਸੈਕਟਰੀ ਲਾਇਆ ਉਹਨਾਂ ਨੇ ਆਪਣੀ ਮਰਜ਼ੀ ਦਾ, ਉਹ ਵੀ ਸਿਫਾਰਿਸ਼ ਤੇ ਭੇਜਿਆ ਉਹਨਾਂ ਨੇ। ਉਹ ਦੋਨੋਂ ਹੀ ਬੰਦੇ ਐਸਜੀਪੀਸੀ ਦੀ ਜਿਹੜੀ ਫੰਡਾਮੈਂਟਲ ਵਰਕਿੰਗ ਸੀ ਉਹਨੂੰ ਸਮਝਦੇ ਨਹੀਂ ਸੀ। ਤੇ ਉਹ ਦੋਨੇ ਹੀ ਜਣੇ ਹੁਣ ਜਿਵੇਂ ਕਹਾਣੀ ਸੁਣਾਉਂਦੇ ਹੁੰਦੇ ਆ ਵੀ ਕਿਸੇ ਦੇਸ਼ ਦੇ ਵਿੱਚ ਰਾਜਾ ਚੜ੍ਹਾਈ ਕਰ ਗਿਆ ਤੇ ਉਹ ਸਾਰੇ ਇਕੱਠੇ ਹੋ ਗਏ ਵੀ ਹੁਣ ਗਾਂਹ ਕਿਹਨੂੰ ਬਣਾਉਣਾ, ਉਹਦਾ ਵਸੀਅਤ ਨਹੀਂ ਕਰਕੇ ਗਿਆ। ਉਹ ਕਹਿੰਦੇ ਇੱਕ ਪੰਡਿਤ ਜੀ ਸੀ ਬੜੇ ਸਿਆਣੇ, ਕਹਿੰਦੇ ਜਿਹੜਾ ਸਵੇਰੇ ਕੋਈ ਸਿਆਣਾ ਬੰਦਾ ਤੁਹਾਨੂੰ ਰਾਜ ਦੀਆਂ ਹੱਦਾਂ ਵਿੱਚ ਪ੍ਰਵੇਸ਼ ਕਰੇਗਾ ਅੰਮ੍ਰਿਤ ਵੇਲੇ, ਉਹ ਜਿਹੜਾ ਪਹਿਲਾ ਬੰਦਾ ਹੋਏਗਾ ਉਹਨੂੰ ਰਾਜ ਭਾਗ ਦੇ ਦਿਓ। ਉਹ ਵਿਚਾਰੇ ਗਏ, ਜਿਹੜਾ ਪਹਿਲਾਂ ਆਇਆ ਉਹ ਸਾਧੂ ਸੰਤ ਸੀਗਾ, ਸਾਧੂ ਹੀ ਉੱਠਦੇ ਸਵੇਰ ਨੂੰ ਹੱਥ 'ਚ ਕਮੰਡਲ ਫੜਿਆ, ਕਹਿੰਦੇ ਬਾਬਾ ਜੀ ਆਓ ਤੁਹਾਨੂੰ ਰਾਜਾ ਬਣਾਉਣਾ। ਉਹਨੂੰ ਰਾਜਾ ਬਣਾਤਾ। 2-4-10 ਦਿਨ ਨਿਕਲ ਗਏ ਸੌਖੇ। ਆਲੇ ਦੁਆਲੇ ਰਾਜਾਂ 'ਚ ਪਤਾ ਲੱਗ ਗਿਆ ਵੀ ਰਾਜਾ ਤੇ ਮਰ ਗਿਆ, ਉਹਦੇ ਮਗਰ ਤੇ ਇੱਕ ਸਾਧ ਹੀ ਬਿਠਾ ਦਿੱਤਾ, ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਉਹਨਾਂ ਨੇ ਕਿਹਾ ਵੀ ਕਿਉਂ ਨਾ ਉਹਦੇ ਤੇ ਕਬਜ਼ਾ ਕਰਕੇ ਉਹਦਾ ਰਾਜ ਭਾਗ ਸਾਂਭ ਲਿਆ ਜਾਵੇ। ਉਹਨਾਂ ਨੇ ਰਾਜ ਭਾਗ ਸਾਂਭਣ ਦੇ ਲਈ ਹਾਲਾ ਬੋਲ ਦਿੱਤਾ ਤੇ ਮਹਿਲਾਂ ਦੇ ਵਿੱਚ ਰਾਜਾ ਬੈਠਾ ਸਾਧੂ ਦੇ ਰੂਪ ਵਿੱਚ। ਉਹਦੇ ਆਂਦੇ ਵਜ਼ੀਰ ਆ ਕੇ ਕਹਿੰਦੇ ਬਾਬਾ ਜੀ ਹਮਲਾ ਹੋ ਗਿਆ। ਕਹਿੰਦਾ ਕੋਈ ਨੀ, ਵਾਹਿਗੁਰੂ ਵਾਹਿਗੁਰੂ ਕਰੋ, ਸਭ ਠੀਕ ਹੋ ਜਾਊਗਾ। ਕਹਿੰਦੇ ਮਹਾਰਾਜ ਫੌਜਾਂ ਤੇ ਹੁਣ ਅੰਦਰ ਆ ਵੜੀਆਂ। ਕਹਿੰਦਾ ਕੋਈ ਨੀ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਕੁਛ ਨਹੀਂ ਹੁੰਦਾ। ਤੇ ਉਹ ਕਹਿੰਦੇ ਮਹਾਰਾਜ ਫੌਜਾਂ ਤਾਂ 20 ਕਿਲੋਮੀਟਰ ਅੰਦਰ ਆ ਗਈਆਂ। ਕਹਿੰਦਾ ਕੁਛ ਨਹੀਂ ਹੁੰਦਾ, ਵਾਹਿਗੁਰੂ ਵਾਹਿਗੁਰੂ ਕਰੋ। ਉਹ ਕਹਿੰਦੇ ਮਹਾਰਾਜ ਜੀ ਫੌਜਾਂ ਤਾਂ ਹੁਣ ਤੁਹਾਡੇ ਮਹਿਲਾਂ ਦੇ ਦਰਵਾਜ਼ੇ ਤੇ ਖੜੀਆਂ ਤੇ ਤੁਹਾਡੇ ਮਹਿਲਾਂ ਦੇ ਦਰਵਾਜ਼ੇ ਤੋੜ ਕੇ ਅੰਦਰ ਆਉਣ ਲੱਗੀਆਂ। ਕਹਿੰਦਾ ਹੈ ਇੰਨੀਆਂ ਨੇੜੇ ਆ ਗਈਆਂ? ਕਹਿੰਦਾ ਹਾਂ ਜੀ। ਕਹਿੰਦਾ ਲਿਆਓ ਫਿਰ ਮੰਡਲ ਫੜਾਓ ਤੇ ਮੈਂ ਤਾਂ ਚੱਲਦਾ, ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ ਤੇ ਮੈਂ ਚੱਲ। ਇਹ ਕੰਮ ਹੋਇਆ। ਉਹ ਦੋਨੇ ਹੀ ਬੰਦੇ ਸਾਰਾ ਕੁਝ ਬੇੜਾ ਗਰਕ ਕਰਕੇ ਚਲੇ ਗਏ ਤੇ ਨਾ ਸਿੱਖਾਂ ਦੇ ਪੱਲੇ ਕੁਝ ਬਚਿਆ, ਨਾ ਸ਼੍ਰੋਮਣੀ ਕਮੇਟੀ ਦੇ ਕੁਝ ਪੱਲੇ ਬਚਿਆ। ਆਪਣਾ ਕਰਮੰਡਲ ਲੈ ਗਏ ਸੀ ਕਿ ਉਹ ਵੀ ਇੱਥੇ ਛੱਡ ਗਏ ਐਸਜੀਪੀਸੀ ਕੋਲ? ਪਤਾ ਨਹੀਂ, ਨਾਲ ਲਿਆਏ ਵੀ ਸੀ ਕਿ ਕਿਸੇ ਦਾ ਹੀ ਲੈ ਗਏ, ਵੀ ਕੋਈ ਪਤਾ ਨਹੀਂ। ਦਰਸ਼ਕੋ ਮੰਨ ਲਓ ਕੋਈ ਬੈਂਕ ਹੋਵੇ, ਉਹ ਪਤਾ ਲੱਗੇ 3 ਸਾਲ ਉਹਨਾਂ ਦਾ ਕੋਈ ਜਿਹੜਾ ਹੈਗਾ ਪੈਸਾ ਹੀ ਕੱਢ ਕੇ ਕੈਸ਼ ਵਿੱਚੋਂ ਕੈਬਨ ਚੋਂ ਲਿਜਾਂਦਾ ਰਿਹਾ ਹੋਵੇ, ਜਾਂ ਉਹਨਾਂ ਦੇ ਜਿਹੜੇ ਸੋਨੇ ਦੇ ਗਹਿਣੇ ਹੈਗੇ ਲੋਕਰ ਵਿੱਚ ਉਹੀ ਲਿਜਾਇਆ ਹੋਵੇ, ਪਤਾ ਲੱਗੇ ਜੀ ਸਾਨੂੰ 3 ਸਾਲ ਬਾਅਦ ਪਤਾ ਲੱਗਾ ਹੈਗਾ। ਇਹੋ ਹੀ ਸੇਮ ਇੰਸੀਡੈਂਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਕਿ ਸਿੱਖਾਂ ਦੀ ਸਭ ਤੋਂ ਪ੍ਰੀਮੀਅਰ ਇੰਸਟੀਟਿਊਸ਼ਨ ਹੈਗੀ ਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਹੈਗੇ ਆ, ਮੇਰੇ ਖਿਆਲ 3-4 ਸਾਲ ਤੋਂ ਲਗਾਤਾਰ ਉੱਥੋਂ ਗਾਇਬ ਹੁੰਦੇ ਰਹੇ ਹੈਗੇ ਆ। ਤੇ ਹੁਣ ਇਹਨਾਂ ਨੂੰ ਕਿਤੇ ਜਾ ਕੇ ਪਤਾ ਲੱਗਾ। ਕੱਲ ਫਿਰ ਅਕਾਲ ਤਖਤ ਦੇ ਜਥੇਦਾਰ ਨੇ ਕਮੇਟੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੁਛ ਜਿਹੜੇ ਅਹੁਦੇਦਾਰ ਉਹਨਾਂ ਦੇ ਫੈਸਲਾ ਲਿਆ ਹੈਗਾ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਹੈਗੀਆਂ। ਪਰ ਬੜੀ ਹੈਰਾਨੀ ਦੀ ਗੱਲ ਆ, ਇਹ ਉਹ 3 ਜਾਂ 4 ਸਾਲ ਪ੍ਰਧਾਨ ਕੀ ਕਰਦੇ ਸੀ ਤੇ ਉਹ ਵੱਡੇ ਵੱਡੇ ਅਫਸਰ ਜਾਂ ਹੋਰ ਉਹ ਕੀ ਕਰਦੇ ਸੀ, ਇਹ ਸਾਰਾ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸੁਖਦੇਵ ਸਿੰਘ ਜੀ ਜੋ ਕਿ ਸਾਡੇ ਬੰਗਾ ਤੋਂ ਜੁੜੇ ਹੈਗੇ ਆ, ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਹੈਗੇ। ਕੌਰ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਮਿਹਰਬਾਨੀ। ਕੌਰ ਸਾਹਿਬ, ਬੜੀ ਹੈਰਾਨੀ ਦੀ ਗੱਲ ਹੈਗੀ ਆ। ਪਹਿਲਾਂ ਤਾਂ ਅਸੀਂ 267 ਸਰੂਪਾਂ ਦੀ ਜਿਹੜਾ ਹੈਗਾ ਗੁੰਮ ਹੋਣ ਦੀ ਗੱਲ ਕਰਦੇ ਸੀ ਜਾਂ ਇੱਧਰ ਉੱਧਰ ਚਲ ਗਏ ਹੈਗੇ ਆ। ਇਹ ਹੁਣ ਜਿਹੜੀ ਹੈਗੀ ਆ ਅਮਾਊਂਟ ਕਾਫੀ ਜ਼ਿਆਦਾ, ਕੁਆਂਟੀਟੀ ਜ਼ਿਆਦਾ ਆਈ ਹੈਗੀ ਆ। ਇਹ ਬੇਸਿਕ ਘਟਨਾਕ੍ਰਮ ਕੀ ਸੀ, ਕਿਉਂ ਹੋਇਆ ਹੈਗਾ? ਬਾਕੀ ਹੌਲੀ ਹੌਲੀ ਇਹਦੀਆਂ ਪਰਤਾਂ ਬਾਅਦ 'ਚ ਫੋਲਦੇ ਹੈਗੇ। ਦੇਖੋ, ਘਟਨਾਕ੍ਰਮ ਤਾਂ ਇਹ ਹੈ ਵੀ ਜਦੋਂ ਇੱਕ ਮੁਲਾਜ਼ਮ ਰਿਟਾਇਰ ਹੋਣ ਲੱਗਾ, ਜਦੋਂ ਦੂਜਾ ਚਾਰਜ ਲੈਣ ਲੱਗਾ, ਉਹਨੇ ਚਾਰਜ ਲੈਣ ਲੱਗਿਆ ਜਦੋਂ ਸਟਾਕ ਰਜਿਸਟਰ ਜਿਹੜੇ ਮੇਨਟੇਨ ਹੁੰਦੇ ਆ ਨਾ, ਉਹਦਾ ਚਾਰਜ ਲੈਣ ਲੱਗਾ। ਸਟਾਕ ਦੇ ਮੁਤਾਬਕ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੈ ਨਹੀਂ ਸੀ ਜਿੰਨੇ ਉੱਥੇ ਸ਼ੋਅ ਕੀਤੇ ਗਏ ਸੀ। ਤੇ ਉੱਥੋਂ ਇਹ ਗੱਲ ਬਾਹਰ ਨਿਕਲੀ ਵੀ ਸਰੂਪ ਜਿਹੜੇ ਆ ਉਹ ਘੱਟ ਨੇ ਤੇ ਐਂਟਰੀਆਂ ਵੱਧ ਨੇ। ਤੇ ਉੱਥੋਂ ਹੀ ਇਹ ਗੱਲ ਹਿਊਮਨ ਰਾਈਟਸ ਵਾਲਿਆਂ ਦੇ ਕੋਲ ਆਈ। ਹਿਊਮਨ ਰਾਈਟਸ ਤੋਂ ਬਾਅਦ ਐਸਜੀਪੀਸੀ ਨੇ ਥੋੜਾ ਬਹੁਤਾ ਇਨਵੈਸਟੀਗੇਟ ਕੀਤਾ। ਐਸਜੀਪੀਸੀ ਨੇ ਇੱਕ ਉਹਦੀ ਇਨਕੁਆਇਰੀ ਕਮੇਟੀ ਬਣਾਈ। ਇਨਕੁਆਇਰੀ ਕਮੇਟੀ ਨੇ ਅਕਾਲ ਤਖਤ ਸਾਹਿਬ ਨੂੰ ਦੇ ਦਿੱਤਾ ਮਸਲਾ। ਤੇ ਫਿਰ ਉਹਨਾਂ ਨੇ ਪਹਿਲਾਂ ਇੱਕ ਹਾਈ ਕੋਰਟ ਦੀ ਰਿਟਾਇਰਡ ਜੱਜ
ਬੀਬਾ ਨਵਿਤਾ ਕੌਰ ਨੂੰ ਦਿੱਤਾ ਇਹ ਮਸਲਾ, ਤੇ ਉਹ ਵਿੱਚੇ ਹੀ ਛੱਡ ਕੇ ਚਲੇ ਗਏ। ਫਿਰ ਭਾਈ ਈਸ਼ਰ ਸਿੰਘ ਜਿਹੜੇ ਉਹਨਾਂ ਦੇ ਅਸਿਸਟੈਂਟ ਸੀਗੇ, ਉਹਨਾਂ ਨੇ ਇਹ ਸਾਰੀ ਇਨਕੁਆਇਰੀ ਨੇਪਰੇ ਚਾੜੀ, ਜਿਹਦੀ ਕੱਲ ਰਿਪੋਰਟ SGPC ਦੀ ਐਗਜ਼ੈਕਟਿਵ 'ਚ ਪੇਸ਼ ਕੀਤੀ ਗਈ, ਤਾਂ ਉਹਦੇ ਤੇ ਕੁਛ ਕਾਰਵਾਈ ਹੋਈ। ਹਾਂਜੀ ਹਾਂਜੀ, ਇਹ ਬੜਾ ਮਤਲਬ ਇਟ ਪ੍ਰੈਜ਼ੈਂਟਸ ਵੈਰੀ ਸੌਰੀ ਸਟੇਟ ਆਫ ਅਫੇਅਰ। ਜਿਵੇਂ ਲੱਗਦਾ SGPC ਵਿੱਚ ਕੋਈ ਐਡਮਿਨਿਸਟ੍ਰੇਸ਼ਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ। ਮਤਲਬ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜਾ ਸਭ ਤੋਂ ਜ਼ਿਆਦਾ ਹਾਈਐਸਟ ਸਟਰੀਮ ਵਿੱਚ ਸਿੱਖ ਜਗਤ ਜਾਂ ਸਿੱਖ ਮੰਨਦੇ ਹੈਗੇ ਆ, ਉਹਨਾਂ ਸਰੂਪਾਂ ਦਾ ਇਸ ਤਰੀਕੇ ਨਾਲ ਜਾਣਾ ਔਰ ਕਿਸੇ ਨੂੰ ਪਤਾ ਹੀ ਨਾ ਹੋਣਾ ਹੈਗਾ, ਇਹ ਕਿੰਨੀ ਕੁ ਵੱਡੀ ਗ੍ਰੈਵਿਟੀ ਹੈਗੀ ਹੈ। ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਮੈਂ ਇਸ ਨੂੰ ਥੋੜਾ ਜਿਹਾ ਇਸ ਤਰ੍ਹਾਂ ਸਮਝਦਾ ਹਾਂ ਵੀ ਜਿਵੇਂ ਨਾ ਪੋਲੀਟਿਕਸ ਦੇ ਵਿੱਚ ਪੋਲੀਟਿਕਸ ਨੂੰ ਡੀਪੋਲਿਟੀਸਾਈਜ਼ ਕਰਨ ਦੇ ਲਈ ਨਾ ਫਿਲਮੀ ਐਕਟਰਾਂ ਨੂੰ ਲਿਆਂਦਾ ਜਾਂਦਾ। ਅੱਛਾ ਜੀ। ਇਹਨਾਂ ਨੂੰ ਉੱਥੋਂ ਚੋਣ ਲੜਾ ਦਿਓ, ਇਹ ਸੈਲੀਬ੍ਰਿਟੀਜ਼ ਹੈਗੇ ਆ, ਖਰਚਾ ਆਪ ਕਰ ਲੈਣਗੇ ਤੇ ਇਹ ਜਿੱਤ ਜਾਣਗੇ, ਸਾਡੇ ਕੋਲ ਕੁਛ ਨਹੀਂ ਮੰਗੇਗੇ, ਪਾਰਟੀ ਦੀ ਇੱਕ ਟਿਕਟ ਵੱਧ ਜਾਊਗੀ, ਸੀਟ ਵੱਧ ਜਾਊਗੀ। ਇਸੇ ਕਾਰਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸਾਰਾ ਪ੍ਰਬੰਧ ਹੋਣ ਦੇ ਬਾਵਜੂਦ, ਉਹਨਾਂ ਦੇ ਕੋਲ ਅਕਾਊਂਟੈਂਟ ਹੋਣ ਦੇ ਬਾਵਜੂਦ, ਉਹਨਾਂ ਦੇ ਕੋਲ ਅਕਾਊਂਟੈਂਟ CA ਸਭ ਕੁਝ ਹੋਣ ਦੇ ਬਾਵਜੂਦ, ਸੁਖਬੀਰ ਸਿੰਘ ਬਾਦਲ ਨੇ ਆਪਣਾ ਇੱਕ ਉਹ CA ਲਿਆ ਕੇ ਉੱਥੇ ਪ੍ਰਵੇਸ਼ ਕਰਾਇਆ, ਜਿਹਨੂੰ ਇੱਕ ਜਿਵੇਂ ਸਕਾਈ ਲੈਬ ਨਾਲੋਂ ਲਾਹ ਕੇ ਨਾ ਸਾਰੀ ਸ਼੍ਰੋਮਣੀ ਕਮੇਟੀ ਦੇ ਉੱਪਰ ਇੱਕ ਸੁਪਰਨੈਚੁਰਲ ਬੰਦਾ ਉਹਨੂੰ ਇੰਪੋਜ਼ ਕਰ ਦਿੱਤਾ। ਸਮਝੇ। ਇਸੇ ਤਰ੍ਹਾਂ ਇੱਕ ਚੀਫ ਸੈਕਟਰੀ ਲਾਇਆ ਉਹਨਾਂ ਨੇ ਆਪਣੀ ਮਰਜ਼ੀ ਦਾ, ਉਹ ਵੀ ਸਿਫਾਰਿਸ਼ ਤੇ ਭੇਜਿਆ ਉਹਨਾਂ ਨੇ। ਉਹ ਦੋਨੋਂ ਹੀ ਬੰਦੇ SGPC ਦੀ ਜਿਹੜੀ ਫੰਡਾਮੈਂਟਲ ਵਰਕਿੰਗ ਸੀ ਉਹਨੂੰ ਸਮਝਦੇ ਨਹੀਂ ਸੀ। ਤੇ ਉਹ ਦੋਨੇ ਹੀ ਜਣੇ ਹੁਣ ਜਿਵੇਂ ਉਹ ਕਹਾਣੀ ਸੁਣਾਉਂਦੇ ਹੁੰਦੇ ਆ ਵੀ ਕਿਸੇ ਦੇਸ਼ ਦੇ ਵਿੱਚ ਰਾਜਾ ਚੜ੍ਹਾਈ ਕਰ ਗਿਆ ਤੇ ਉਹ ਸਾਰੇ ਇਕੱਠੇ ਹੋ ਗਏ ਵੀ ਹੁਣ ਗਾਂ ਕਿਹਨੂੰ ਬਣਾਉਣਾ, ਉਹਦਾ ਵਸੀਅਤ ਨਹੀਂ ਕਰਕੇ ਗਿਆ। ਉਹ ਕਹਿੰਦੇ ਇੱਕ ਪੰਡਿਤ ਜੀ ਸੀ ਬੜੇ ਸਿਆਣੇ, ਕਹਿੰਦੇ ਜਿਹੜਾ ਸਵੇਰੇ ਕੋਈ ਸਿਆਣਾ ਬੰਦਾ ਤੁਹਾਨੂੰ ਰਾਜ ਦੀਆਂ ਹੱਦਾਂ ਵਿੱਚ ਪ੍ਰਵੇਸ਼ ਕਰੇਗਾ ਅੰਮ੍ਰਿਤ ਵੇਲੇ, ਉਹ ਜਿਹੜਾ ਪਹਿਲਾ ਬੰਦਾ ਹੋਏਗਾ ਉਹਨੂੰ ਰਾਜ ਭਾਗ ਦੇ ਦਿਓ। ਉਹ ਵਿਚਾਰੇ ਗਏ, ਜਿਹੜਾ ਪਹਿਲਾਂ ਆਇਆ ਉਹ ਸਾਧੂ ਸੰਤ ਸੀਗਾ, ਸਾਧੂ ਹੀ ਉੱਠਦੇ ਸਵੇਰ ਨੂੰ, ਹੱਥ 'ਚ ਕਮੰਡਲ ਫੜਿਆ, ਕਹਿੰਦੇ ਬਾਬਾ ਜੀ ਆਓ ਤੁਹਾਨੂੰ ਰਾਜਾ ਬਣਾਉਣਾ। ਉਹਨੂੰ ਰਾਜਾ ਬਣਾਤਾ। 2-4-10 ਦਿਨ ਨਿਕਲ ਗਏ ਸੌਖੇ, ਆਲੇ ਦੁਆਲੇ ਰਾਜਾਂ 'ਚ ਪਤਾ ਲੱਗ ਗਿਆ ਵੀ ਰਾਜਾ ਤੇ ਮਰ ਗਿਆ, ਉਹਦੇ ਮਗਰ ਤੇ ਇੱਕ ਸਾਧ ਹੀ ਬਿਠਾਲ ਦਿੱਤਾ, ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਉਹਨਾਂ ਨੇ ਕਿਹਾ ਵੀ ਕਿਉਂ ਨਾ ਉਹਦੇ ਤੇ ਕਬਜ਼ਾ ਕਰਕੇ ਉਹਦਾ ਰਾਜ ਭਾਗ ਸਾਂਭ ਲਿਆ ਜਾਵੇ। ਉਹਨਾਂ ਨੇ ਰਾਜ ਭਾਗ ਸਾਂਭਣ ਦੇ ਲਈ ਹਾਲਾ ਬੋਲ ਦਿੱਤਾ ਤੇ ਮਹਿਲਾਂ ਦੇ ਵਿੱਚ ਰਾਜਾ ਬੈਠਾ ਸਾਧੂ ਦੇ ਰੂਪ ਵਿੱਚ, ਉਹਦੇ ਆਂਦੇ ਵਜ਼ੀਰ ਆ ਕੇ ਕਹਿੰਦੇ ਬਾਬਾ ਜੀ ਹਮਲਾ ਹੋ ਗਿਆ। ਕਹਿੰਦਾ ਕੋਈ ਨਹੀਂ, ਵਾਹਿਗੁਰੂ ਵਾਹਿਗੁਰੂ ਕਰੋ, ਸਭ ਠੀਕ ਹੋ ਜਾਊਗਾ। ਕਹਿੰਦੇ ਮਹਾਰਾਜ ਫੌਜਾਂ ਤੇ ਹੁਣ ਅੰਦਰ ਆ ਵੜੀਆਂ। ਕਹਿੰਦਾ ਕੋਈ ਨਹੀਂ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਕੁਛ ਨਹੀਂ ਹੁੰਦਾ। ਤੇ ਉਹ ਕਹਿੰਦੇ ਮਹਾਰਾਜ ਫੌਜਾਂ ਤਾਂ 20 ਕਿਲੋਮੀਟਰ ਅੰਦਰ ਆ ਗਈਆਂ। ਕਹਿੰਦਾ ਕੁਛ ਨਹੀਂ ਹੁੰਦਾ, ਵਾਹਿਗੁਰੂ ਵਾਹਿਗੁਰੂ ਕਰੋ। ਉਹ ਕਹਿੰਦੇ ਮਹਾਰਾਜ ਜੀ ਫੌਜਾਂ ਤਾਂ ਹੁਣ ਤੁਹਾਡੇ ਮਹਿਲਾਂ ਦੇ ਦਰਵਾਜ਼ੇ ਤੇ ਖੜੀਆਂ ਤੇ ਤੁਹਾਡੇ ਮਹਿਲਾਂ ਦੇ ਦਰਵਾਜ਼ੇ ਤੋੜ ਕੇ ਅੰਦਰ ਆਉਣ ਲੱਗੀਆਂ। ਕਹਿੰਦਾ ਹੈ ਇੰਨੀਆਂ ਨੇੜੇ ਆ ਗਈਆਂ? ਕਹਿੰਦਾ ਹਾਂ ਜੀ। ਕਹਿੰਦਾ ਲਿਆਓ ਫਿਰ ਮੰਡਲ ਫੜਾਓ ਤੇ ਮੈਂ ਤਾਂ ਚੱਲਦਾ, ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ ਤੇ ਮੈਂ ਚੱਲ। ਇਹ ਕੰਮ ਹੋਇਆ। ਉਹ ਦੋਨੇ ਹੀ ਬੰਦੇ ਸਾਰਾ ਕੁਝ ਬੇੜਾ ਗਰਕ ਕਰਕੇ ਚਲੇ ਗਏ ਤੇ ਨਾ ਸਿੱਖਾਂ ਦੇ ਪੱਲੇ ਕੁਝ ਬਚਿਆ, ਨਾ ਸ਼੍ਰੋਮਣੀ ਕਮੇਟੀ ਦੇ ਕੁਝ ਪੱਲੇ ਬਚਿਆ। ਆਪਣਾ ਕਰਮੰਡਲ ਲੈ ਗਏ ਸੀ ਕਿ ਉਹ ਵੀ ਇੱਥੇ ਛੱਡ ਗਏ SGPC ਕੋਲ? ਪਤਾ ਨਹੀਂ, ਨਾਲ ਲਿਆਏ ਵੀ ਸੀ ਕਿ ਕਿਸੇ ਦਾ ਹੀ ਲੈ ਗਏ, ਵੀ ਕੋਈ ਪਤਾ ਨਹੀਂ। ਉਹ ਇਹਦੇ ਤੇ ਜੇ ਆਪਾਂ ਆਰਡਰ ਵਾਈਜ਼ ਦੇਖਿਆ ਜਾਵੇ, ਇਹਨਾਂ ਨੇ ਕੁਝ ਬੰਦਿਆਂ ਨੇ FIR ਵੀ ਰਿਕਮੈਂਡ ਕੀਤੀ, ਚਾਰਜ ਸ਼ੀਟ ਵੀ ਕੀਤਾ ਹੈਗਾ। ਜੇ ਮੋਰੈਲਿਟੀ ਵਾਈਜ਼ ਦੇਖਿਆ ਜਾਵੇ, ਐਕਸਟ੍ਰੀਮ ਜ਼ਿੰਮੇਵਾਰੀ, ਜਿਵੇਂ ਪੁਰਾਣੇ ਸਮਿਆਂ ਵਿੱਚ ਲਾਲ ਬਹਾਦਰ ਸ਼ਾਸਤਰੀ ਰੇਲ ਐਕਸੀਡੈਂਟ ਹੋਇਆ ਸੀ, ਉਹਨਾਂ ਨੇ ਅਸਤੀਫਾ ਦਿੱਤਾ ਸੀ। ਉਹ ਕਹਿੰਦੇ ਸੀ ਮੇਰੀ ਮੋਰਲ ਜ਼ਿੰਮੇਵਾਰੀ ਪ੍ਰਧਾਨ ਦੀ ਕਿ ਜਾਂ ਜਿੱਥੋਂ ਲਿਫਾਫਾ ਆਉਂਦਾ ਹੈਗਾ, ਇੱਕ ਮਤਲਬ ਜੇ ਮੋਰਲ ਦੀ ਦੇਖਿਆ ਜਾਵੇ ਕਿਹਦੀ ਹੈਗੀ ਹੈ ਇਸ ਸਾਰੇ ਘਟਨਾਕ੍ਰਮ ਤੇ? ਦੇਖੋ, ਦੋ ਤਰ੍ਹਾਂ ਨਾਲ SGPC ਦਾ ਪ੍ਰਬੰਧ ਚੱਲਦਾ। ਇੱਕ ਇਲੈਕਟਿਡ ਪ੍ਰੈਜ਼ੀਡੈਂਟ ਹੈ ਜਿਹੜਾ ਹੋਲੀ ਸੋਲੀ ਸਾਰੇ ਪ੍ਰਬੰਧਾਂ ਇੰਚਾਰਜ ਹੈ, ਤੇ ਜੇ ਮੈਂ ਇਹ ਕਹਾਂ ਵੀ ਉਹਦੇ ਕੋਲ ਜਿਵੇਂ ਮਿਥਿਹਾਸਕ ਲੋਕ ਕਹਿੰਦੇ ਨਾ ਧਰਮਰਾਜ ਹੈ, ਉਹਦੇ ਕੋਲ ਸ਼੍ਰੋਮਣੀ ਕਮੇਟੀ ਦੀਆਂ ਧਰਮਰਾਜ ਵਾਲੀਆਂ ਪਾਵਰਾਂ। ਤੇ ਦੂਜਾ ਐਡਮਿਨਿਸਟ੍ਰੇਟਿਵ ਹੈਡ ਹੁੰਦਾ, ਜਿਹੜਾ ਮੁੱਖ ਸੈਕਟਰੀ ਹੁੰਦਾ, ਚੀਫ ਸੈਕਟਰੀ ਹੁੰਦਾ, ਜਿਹੜੇ ਸਾਰੇ ਐਡਮਿਨਿਸਟ੍ਰੇਸ਼ਨ ਤੇ ਜਿੰਨੇ ਸਾਰੇ ਮਹਿਕਮੇ ਉਹਦੇ ਥੱਲੇ, ਪਬਲੀਕੇਸ਼ਨ ਵੀ, ਟਰਸਟ ਵੀ, ਐਜੂਕੇਸ਼ਨ ਵੀ, ਧਰਮ ਪ੍ਰਚਾਰ ਵੀ, ਤੇ ਸੈਕਸ਼ਨ 85 ਸੈਕਸ਼ਨ 87 ਸਾਰਾ ਕੁਝ ਉਹਦੇ ਥੱਲੇ ਹੁੰਦਾ। ਜਿੰਨੇ
ਜਿੰਨੇ ਵੀ ਥੱਲੇ ਉਹਦੇ ਐਡੀਸ਼ਨਲ ਸੈਕਟਰੀ ਨੇ, ਡਿਪਟੀ ਸੈਕਟਰੀ ਨੇ, ਉਹਨੂੰ ਜਵਾਬਦੇ ਹੁੰਦੇ, ਉਹ ਪ੍ਰਧਾਨ ਨੂੰ ਜਵਾਬਦੇ ਹੁੰਦਾ। ਪਰ ਦੋਨਾਂ ਵਿੱਚੋਂ ਇੱਕ ਨੇ ਕੌਂਸ਼ੀਅਸ ਦੇ ਆਧਾਰ ਤੇ ਅਸਤੀਫਾ ਦਿੱਤਾ, ਡਾਕਟਰ ਰੂਪ ਸਿੰਘ ਨੇ, ਪ੍ਰਧਾਨ ਜੀ ਨੇ ਨਹੀਂ ਦਿੱਤਾ। ਅੱਛਾ ਅੱਛਾ, ਹਾਂਜੀ। ਕਈ ਵਾਰੀ ਕਿਸੇ ਵਿਅਕਤੀ ਦੀ ਕੌਂਸ਼ੀਅਸ ਲੇਟ ਜਾਗਦੀ ਹੈ, ਇਹਦੇ ਚ ਕੋਈ ਫਰਕ ਹੋ ਜਾਂਦਾ, ਪਹਿਲਾਂ ਨਹੀਂ। ਕਈ ਵਾਰੀ ਆਪਣੀ ਨੀਂਦ ਦਾ ਨਾ, ਕਈ ਬੰਦੇ ਛੇਤੀ ਉੱਠ ਜਾਂਦੇ ਮਾੜਾ ਜਿਹਾ ਖੜਾਕ ਨਾਲ, ਕਈ ਬੰਦੇ ਬਹੁਤ ਵੱਡੀ ਬਿਲਡਿੰਗ ਡਿੱਗਣ ਤੇ ਵੀ ਨਹੀਂ ਉੱਠਦੇ, ਤੇ ਉਹ ਪਤਾ ਨਹੀਂ ਕੀ ਉਹਨਾਂ ਦੀ। ਹਾਂ, ਨਹੀਂ, ਇੱਕ ਭੌਰ ਸਾਹਿਬ, ਜਿੰਨੇ ਸਰਕਾਰੀ ਮਹਿਕਮੇ ਹੈਗੇ ਆ ਉਹਨਾਂ ਵਿੱਚ ਜਿੱਥੇ ਇਸ ਤਰ੍ਹਾਂ ਦੀ ਹੁੰਦੇ ਹੈਗੇ, ਜਿਵੇਂ ਸਾਡੇ ਮਹਿਕਮਿਆਂ ਵਿੱਚ ਸਟੋਰ ਆ ਜਾਂ ਜਿੱਥੇ ਕਾਫੀ ਵੈਲਿਊਏਬਲ ਸਮਾਨ ਪਿਆ, ਉਹਦੀ ਸਾਲ ਵਿੱਚ ਅਸੀਂ ਕਹਿੰਦੇ ਆ ਫਿਜ਼ੀਕਲ ਵੈਰੀਫਿਕੇਸ਼ਨ। ਉਹਦੇ ਵਿੱਚ ਜਿਹੜਾ ਅਫਸਰ ਇੰਚਾਰਜ ਹੁੰਦਾ ਉਹਦਾ ਫਿਜ਼ੀਕਲ, ਉਹ ਕਹਿੰਦਾ ਵੀ ਮੈਂ ਇਹ ਆਪ ਪਰਸਨਲੀ ਚੀਜ਼ਾਂ ਕਾਊਂਟ ਕੀਤੀਆਂ, ਵੀ ਸਾਰੀ ਉਹਦਾ ਸਰਟੀਫਿਕੇਟ ਦਿੰਦਾ ਹੈਗਾ ਵੀ ਇੰਨੀਆਂ ਚੀਜ਼ਾਂ ਹੈਗੀਆਂ। ਉਹ ਕਲਰਕਾਂ ਦੇ ਸਿਰ ਤੇ ਨਹੀਂ ਰਹਿੰਦਾ ਹੈਗਾ, ਜਿਹੜਾ ਉਹਦਾ ਵੀ ਇੰਚਾਰਜ। ਕੋਈ SGPC ਵਿੱਚ ਇੰਪੋਰਟੈਂਟ ਚੀਜ਼ਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਦਾ ਨਹੀਂ ਕੋਈ ਪ੍ਰੋਵੀਜ਼ਨ ਹੈਗਾ? ਬਿਲਕੁਲ ਹੈਗਾ ਜੀ, ਇੰਟਰਨਲ ਆਡਿਟ ਹੁੰਦਾ। ਇੰਟਰਨਲ ਆਡੀਟਰ, ਹੁਣ ਤਾਂ ਇੰਟਰਨਲ ਆਡੀਟਰ ਵੀ ਬਹੁਤ ਮਹਿੰਗਾ ਰੱਖਿਆ ਸੀ, 10 ਲੱਖ ਰੁਪਈਆ ਮਹੀਨੇ ਤੇ। ਫਿਰ ਦਾ ਆਡਿਟ ਹੁੰਦਾ। ਫਿਰ ਜਦੋਂ ਕੋਈ ਮੁਲਾਜ਼ਮ ਬਦਲਦਾ, ਤਬਦੀਲ ਹੁੰਦਾ, ਫਿਰ ਉਹ ਜਦੋਂ ਚਾਰਜ ਟੇਕ ਓਵਰ ਤੇ ਹੈਂਡ ਓਵਰ ਹੁੰਦਾ, ਉਸ ਵੇਲੇ ਫਿਰ ਸਟਾਕ ਸਾਰਾ ਗਿਣਿਆ ਜਾਂਦਾ। ਸਮਝ ਗਿਆ। ਨਹੀਂ, ਐਡੀ ਵੱਡੀ ਇਹ ਲੈਪਸ ਕਿੱਥੇ ਰਹਿ ਗਈ? ਮਤਲਬ ਇਹ ਉਹ ਕਨਸਪੀਰੇਸੀ ਸੀ ਜਾਂ ਲੈਪਸ ਸੀਗੀ? ਮਤਲਬ ਕੀ ਲੱਗਦਾ ਤੁਹਾਨੂੰ? ਦੇਖੋ, ਇਹ ਦੋਨੇ ਹੀ ਸੰਭਾਵਨਾਵਾਂ ਹੋ ਸਕਦੀਆਂ। ਅਜੇ ਦੇਖੋ, ਪਹਿਲੀ ਤਾਂ ਗੱਲ ਇਹ ਆ ਵੀ ਕੱਲ ਇੱਕ ਹੰਗਾਮੀ ਮੀਟਿੰਗ ਹੋਈ ਹੈ SGPC ਦੀ। ਹਾਂਜੀ ਹਾਂਜੀ। ਮੇਰੀ ਜਾਣਕਾਰੀ ਮੁਤਾਬਕ ਜਿਹੜੀ ਉਹ ਕਮਿਸ਼ਨ ਦੀ ਰਿਪੋਰਟ ਹੈ, 1000 ਪੇਜ ਦੀ ਹੈ। ਉਹ ਤਾਂ ਪੜ੍ਹਨੀ ਅਜੇ, ਪਹਿਲਾਂ ਮੈਨੂੰ ਮਹੀਨਾ ਲੱਗੇਗਾ ਪੜ੍ਹਨ ਨੂੰ ਘੱਟੋ ਘੱਟ। ਉਹਨੂੰ ਕਿਸੇ ਨੇ ਪੜ੍ਹਿਆ ਨਹੀਂ। ਜੋ ਉਹਨੇ ਰਿਕਮੈਂਡ ਕੀਤਾ, ਉਹਦੇ ਤੇ ਜਥੇਦਾਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਤੀ, ਤੇ ਉਹਦੀਆਂ ਰეკਮੈਂਡੇਸ਼ਨ ਦੇ ਉੱਤੇ ਹੀ SGPC ਨੇ ਅੱਧੇ ਘੰਟੇ 'ਚ ਫੈਸਲਾ ਕਰ ਦਿੱਤਾ। 1000 ਸਫ਼ੇ ਦੀ ਰਿਪੋਰਟ ਨਾ ਸਰਕੂਲੇਟ ਹੋਈ, ਨਾ ਕਿਸੇ ਨੇ ਪੜ੍ਹੀ। ਅੱਛਾ ਅੱਛਾ, ਹਾਂ। ਉਹਦੇ ਕੀ ਕੰਟੈਂਟਸ ਆ, ਉਹਦਾ ਹਜੇ ਕਿਸੇ ਨੂੰ ਕੋਈ ਪਤਾ ਨਹੀਂ। ਜੇ ਰਿਪੋਰਟ ਮੰਗਦੇ ਆ ਤਾਂ ਕਹਿੰਦੇ ਨਹੀਂ ਜੀ, ਉਹ ਦਿੱਤੀ ਨਹੀਂ ਜਾ ਸਕਦੀ। ਨਾ ਮੀਡੀਆ ਨੂੰ ਦਿੱਤੀ ਗਈ, ਨਾ ਮੀਡੀਆ ਨੇ ਕੰਟੈਂਟ ਦੇ ਸਵਾਲ ਜਵਾਬ ਹੋਏ। ਸਿਰਫ ਇਹ ਹੋਇਆ ਵੀ ਅਸੀਂ ਆਹ ਐਕਸ਼ਨ ਕਰ ਦਿੱਤਾ ਜੀ, ਤੇ ਰਿਪੋਰਟ ਕੀ ਆ ਉਹਦਾ ਕਿਸੇ ਨੂੰ ਅਜੇ ਕੋਈ ਪਤਾ ਨਹੀਂ। ਉਹ ਗੋਰਖ ਧੰਦਾ ਹੀ ਹੈ। ਵੈਸੇ ਤੁਸੀਂ ਸਰਵਿਸ 'ਚ ਰਹੇ ਹੋ, ਹਿੰਦੁਸਤਾਨ ਦੇ ਵਿੱਚ ਇੱਕ ਸਰਵਿਸ ਸਿਕਿਉਰਿਟੀ ਐਕਟ ਹੈ। ਹਾਂਜੀ। SGPC ਦੇ ਵਿੱਚ ਅਸੀਂ ਇਹਨੂੰ ਕਹਿ ਦਿੰਦੇ ਆ, ਇਹ ਸਰਵਿਸ ਰੂਲਸ ਦੇ ਵਿੱਚ ਵੀ ਆਉਂਦਾ ਤੇ ਪ੍ਰਬੰਧ ਸਕੀਮ ਦੇ ਵਿੱਚ ਵੀ ਆਉਂਦਾ। ਅੱਛਾ। ਜਦੋਂ ਕਿਸੇ ਮੁਲਾਜ਼ਮ ਨੂੰ, ਪੱਕੇ ਮੁਲਾਜ਼ਮ ਨੂੰ ਤੁਸੀਂ ਕੋਈ ਪਨਿਸ਼ਮੈਂਟ ਦੇਣੀ ਆ, ਉਹਦਾ ਇੱਕ ਤਰੀਕਾ ਹੈ। ਹਾਂਜੀ। ਦੋਸ਼ ਪ੍ਰੀਲਿਮਿਨਰੀ ਇਨਕੁਆਇਰੀ ਤੋਂ ਬਾਅਦ ਉਹਦਾ ਦੋਸ਼ ਸਾਬਤ ਹੋਣ ਤੇ ਉਹਨੂੰ ਸਸਪੈਂਡ ਕਰਕੇ ਇਨਕੁਆਇਰੀ ਲਾਈ ਜਾਂਦੀ ਹੈ। ਹਾਂ, ਬਿਲਕੁਲ। ਹਾਂਜੀ। ਫਿਰ ਇਨਕੁਆਇਰੀ ਦੇ ਵਿੱਚ ਅਗਰ ਉਹ ਦੋਸ਼ੀ ਪਾਇਆ ਜਾਂਦਾ, ਫਿਰ ਉਹਨੂੰ ਚਾਰਜਸ਼ੀਟ ਕੀਤਾ ਜਾਂਦਾ। ਹਾਂ, ਬਿਲਕੁਲ। ਫਿਰ ਚਾਰਜਸ਼ੀਟ ਦਾ ਉੱਤਰ ਉਹਦੇ ਕੋਲੋਂ ਲਿਆ ਜਾਂਦਾ। ਹਾਂਜੀ। ਤੇ ਜੇ ਚਾਰਜਸ਼ੀਟ ਦਾ ਉੱਤਰ ਤਸੱਲੀ ਬਖਸ਼ ਨਾ ਹੋਵੇ, ਫਿਰ ਉਹਦੇ ਖਿਲਾਫ ਐਕਸ਼ਨ ਕੀਤਾ ਜਾਂਦਾ। ਮੈਨੂੰ ਇਹ ਲੱਗਦਾ ਵੀ ਇਹ ਜਿੰਨੇ ਮੁਲਾਜ਼ਮ ਹੈ, ਇਹਨਾਂ ਨੂੰ ਇਹ ਸਾਰਾ ਜਿਹੜਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹੀ ਨਾ ਲਗਾਉਣਾ ਇੱਕ ਲੈਪਸ ਆ, ਜਿਹਦੇ ਵਿੱਚੋਂ ਅਗਰ ਕੋਈ ਪਤਾ ਕੋਰਟ ਚਲੇ ਗਿਆ ਤਾਂ ਉਹਨੂੰ ਸਟੇ ਮਿਲ ਜਾਊਗਾ। ਹਾਂ, ਨੈਚੁਰਲੀ ਦੇਖੋ, ਇਹਨਾਂ ਵਿੱਚ ਕੋਈ ਵੀ ਕੋਰਟ ਜਾਏਗਾ ਤੇ ਕੋਰਟ ਇਮੀਡੀਏਟਲੀ ਕਰਕੇ, ਹੋ ਸਕਦਾ ਉਹ ਪਰਮਾਨੈਂਟਲੀ ਉਹਨੂੰ ਕਹਿੰਦੇ ਇਹਨੂੰ ਜਿਹੜੀ ਹੈਗੀ ਆ, ਜਿਹੜੀ ਕੋਈ ਇਸ ਤਰ੍ਹਾਂ ਦਾ ਹੋਇਆ ਨਹੀਂ ਹੈਗਾ, ਤੇ ਉਹ ਇਹ ਜਿਹੜੀਆਂ ਡਿਸੀਜ਼ਨ ਹੈਗਾ ਉਹਨੂੰ ਬਿਲਕੁਲ ਰੱਦ ਕਰ ਦਿੱਤਾ ਜਾਵੇ। ਅਸੀਂ ਸਾਰੇ ਹਾਂਜੀ ਅਸੀਂ ਸਾਰੇ ਪੜ੍ਹਨ ਦਾ ਸ਼ੌਕ ਰੱਖਦੇ ਹਾਂ। ਕੋਈ ਦੁਨੀਆ ਦੀ ਕੋਈ ਬੰਦਾ ਮੈਨੂੰ ਦੱਸ ਦੇਵੇ ਜਿਹੜਾ ਅੱਧੇ ਘੰਟੇ ਦੇ ਵਿੱਚ 1000 ਪੇਜ ਪੜ੍ਹ ਕੇ ਰਿਪੋਰਟ ਕਰ ਸਕਦਾ। ਨਹੀਂ, ਦੇਖੋ, ਆਹ ਗੱਲ ਤੁਹਾਡੀ ਠੀਕ ਆ। ਮੰਨ ਲਓ ਜੋ ਕੁਛ ਰਿਕਮੈਂਡ ਕੀਤਾ, ਮੰਨ ਲਓ ਕਿਸੇ ਤੋਂ ਪ੍ਰਾਇਮਰੀ ਫੇਸੀ ਲੱਗਦਾ ਵੀ ਆਹ ਬੰਦੇ ਨੇ ਗਲਤੀ ਕੀਤੀ, ਉਹ ਕਿਸ ਸਰਕਮਸਟੈਂਸਸ ਤੇ ਹੋਈ ਆ, ਉਹ ਕਿਸੇ ਫੋਰਸ ਦੇ ਪ੍ਰੈਸ਼ਰ ਥੱਲੇ ਸੀ, ਜਾਣਬੁੱਝ ਕੇ, ਜਾਂ ਉਹ ਜਦੋਂ ਬਾਅਦ 'ਚ ਇਨਕੁਆਇਰੀ ਹੋਣੀ ਉਹਦੇ ਤੇ ਡਿਟੇਲਡ ਪਤਾ ਲੱਗਦਾ ਹੈਗਾ। ਜਦ ਇਹ ਪਹਿਲਾਂ ਉਹਨਾਂ ਤੇ ਸਾਰਿਆਂ ਤੇ ਇਨਕੁਆਇਰੀ ਬਿਠਾ ਦਿੰਦੇ ਹੈਗੇ ਜਾਂ ਚਾਰਜਸ਼ੀਟ ਕਰਕੇ ਲੈ ਲੈਂਦੇ, ਫਿਰ ਉਹ ਪ੍ਰੋਸੈਸ ਕਰਕੇ ਉਹ ਤੋਂ ਬਾਅਦ ਵਿੱਚ ਫਿਰ ਉਹਨਾਂ ਦਾ ਇਹ ਸਟੈਪ ਲੈਂਦੇ। ਤੁਹਾਡਾ ਕਹਿਣੇ ਦਾ ਮਤਲਬ ਇਹ ਹੈਗਾ। ਚਲੋ, ਉਹਨਾਂ ਨੇ ਕਰ ਦਿੱਤਾ। ਕਰਨ ਤੋਂ ਬਾਅਦ SGPC ਦੀ ਮੀਟਿੰਗ ਜਿਹੜੀ ਆ ਪਹਿਲਾਂ 11 ਵਜੇ ਰੱਖੀ ਗਈ। ਫਿਰ ਪਤਾ ਲੱਗਾ ਪ੍ਰਧਾਨ ਜੀ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਆਗਿਆ ਲੈਣ ਗਏ ਆ ਵੀ ਕੀ ਕਰਨਾ ਉਹਦੇ ਵਿੱਚ, ਤੇ ਫਿਰ ਉਹ ਮੀਟਿੰਗ ਦਾ ਟਾਈਮ 4 ਵਜੇ ਕੀਤਾ ਗਿਆ। 4 ਵਜੇ ਲਿਆ ਕੇ ਫਿਰ ਜਦੋਂ ਮੀਟਿੰਗ ਹੋਈ 5 ਵਜੇ।
5 ਵਜੇ ਹਾਂਜੀ ਹਾਂਜੀ ਕੋਈ ਪ੍ਰਧਾਨ ਜੀ ਨੇ ਇੱਕ ਫਾਰਮੈਲਿਟੀ ਕੀਤੀ ਵੀ ਦੇਖੋ ਜੀ ਆਹ ਰਿਪੋਰਟ ਆਈ ਆ ਬੰਦ ਲਿਫਾਫੇ ਦੇ ਵਿੱਚ ਤੇ ਇਹਨੂੰ ਖੋਲਣਾ। ਉਹਨੇ ਖੋਲੀ ਤੇ ਖੋਲ ਕੇ 15 ਮਿੰਟਾਂ 'ਚ ਮਦਾਰੀ ਆਂਗਰ ਕਾਰਵਾਈ ਕਰਕੇ ਪਰੇ ਮਾਰੀ। ਇਹਦੇ ਤੋਂ ਭੌਰ ਸਾਹਿਬ ਜਿਹੜਾ ਵੈਸੇ ਤਾਂ SGPC ਦੀ ਫੰਕਸ਼ਨਿੰਗ ਤੇ ਬੜੇ ਤਰ੍ਹਾਂ ਦੇ ਜਿਹੜੇ ਇਲਜ਼ਾਮ ਲੱਗਦੇ ਆ ਰਹੇ ਹੈਗੇ, ਤੁਸੀਂ ਤਾਂ ਵਿੱਚ ਵੀ ਰਹੇ ਹੈਗੇ ਆ, ਇਹ ਸਮੁੱਚਾ ਪ੍ਰਬੰਧ ਸਟ੍ਰੀਮਲਾਈਨ ਕਰਨ ਲਈ ਤੁਸੀਂ ਕੋਈ 5-7 ਸੁਝਾਅ ਦਿਓ ਐਟਲੀਸਟ, ਜੋ ਪਿੱਛੇ ਹੋਣਾ ਹੋ ਗਿਆ ਅਗਾਂਹ ਨਾ ਹੋਵੇ ਐਟਲੀਸਟ ਇਦਾਂ ਦੀ ਕੋਈ ਮੇਜਰ। ਦੇਖੋ SGPC ਦਾ ਪ੍ਰਬੰਧ ਹਜੇ ਵੀ ਬਹੁਤ ਵਧੀਆ ਆ ਜੇ ਉਹਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। SGPC ਦਾ ਪ੍ਰਬੰਧ ਦੇ ਲਈ ਗੁਰਦੁਆਰਾ ਐਕਟ 1925 ਬਹੁਤ ਕਾਰਗਰ ਸਾਬਤ ਹੈ। ਫਿਰ ਉਹਦੇ ਵਿੱਚ ਉਹਨਾਂ ਦੇ ਸਰਵਿਸ ਰੂਲਸ SGPC ਨੇ ਖੁਦ ਬਣਾਏ ਹੋਏ ਆ। ਫਿਰ ਉਹਦੀ ਪ੍ਰਬੰਧ ਸਕੀਮ, ਨਿਯਮ ਉਪਨਿਯਮ ਹੈ, ਬਾਈਲਾਜ਼ ਜਿਹਨਾਂ ਨੂੰ ਕਹਿੰਦੇ ਆ, ਉਹ ਸਾਰੇ ਬਣੇ ਹੋਏ ਆ। ਜੇ SGPC ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਫੋਲੋ ਕੀਤਾ ਜਾਵੇ, ਉੱਥੇ ਪ੍ਰਬੰਧ ਸਕੀਮ ਦੇ ਵਿੱਚ ਤਾਂ ਇਹ ਵੀ ਲਿਖਿਆ ਵੀ ਇਸ ਗੁਰਦੁਆਰੇ 'ਚ ਕਿੰਨੇ ਮੁਲਾਜ਼ਮ ਚਾਹੀਦੇ ਆ, ਉਹ ਗਿਣਤੀ ਵੀ ਤੈਅ ਕੀਤੀ ਹੋਈ ਹੈ। ਤੇ ਜੇ ਉਹ ਗਿਣਤੀ ਦੇ ਮੁਤਾਬਕ ਕੋਈ ਨਹੀਂ ਕਰ ਰਿਹਾ ਤੇ ਫਿਰ ਉਹ ਬਣਾਏ ਹੋਏ ਨਿਯਮਾਂ ਦਾ ਕਸੂਰ ਕੋਈ ਨਹੀਂ ਹੈ। ਇੱਕ ਮੈਂ ਥੋੜਾ ਜਿਹਾ ਆਪਣੀ ਨੌਲੇਜ ਲਈ ਪੁੱਛਦਾ, ਜਿਹੜਾ ਕੁਝ CA ਵਗੈਰਾ ਕੋਹਲੀ ਐਂਡ ਪਾਰਟੀ, ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਕੰਟਰੈਕਟ ਟਰਮੀਨੇਟ, ਇਹ ਤੁਹਾਡੇ SGPC ਵਿੱਚ ਤੁਸੀਂ ਆਪਣੇ CA ਵਗੈਰਾ ਜਿਹੜੇ ਇਦਾਂ ਦੇ ਫੰਕਸ਼ਨਰੀ ਨਹੀਂ ਰਿਕਰੂਟ ਕਰ ਸਕਦੇ? ਜਿਹੜੇ ਸਿੱਖ ਗਰੁੱਪ ਵਿੱਚ ਬੜੇ ਇੰਟੈਲੀਜੈਂਟ ਬੰਦੇ ਹੈਗੇ ਆ, ਜਿਹੜੇ ਸਿੱਖਾਂ ਵਿੱਚ ਜਿਹੜੇ ਰਿਪਿਊਟਡ CA ਹੈਗੇ। SGPC ਦਾ ਪੂਰਾ ਅਕਾਊਂਟ ਬ੍ਰਾਂਚ ਹੈ ਆਪਣੀ, ਜਿਹਦੇ ਵਿੱਚ ਸਾਰੇ ਅਕਾਊਂਟਸ ਦੇ ਮਾਹਰ ਵੀ ਬੈਠੇ। ਔਰ SGPC ਦਾ ਕੋਹਲੀ ਸਾਹਿਬ ਤੋਂ ਪਹਿਲਾਂ ਵੀ ਅਕਾਊਂਟ ਹੁੰਦਾ ਰਿਹਾ, ਕਦੀ ਕੋਈ ਸ਼ਿਕਾਇਤ ਨਹੀਂ ਆਈ। ਅੱਛਾ, ਹਾਂਜੀ 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 ਹਾਂਜੀ। ਐਸੇ ਬੰਦੇ ਵੀ ਆ ਜਿਹੜੇ ਫ੍ਰੀਜ ਕਰਨ ਲਈ ਵੀ ਤਿਆਰ ਆ, ਸਿੱਖ ਸੇਵਾ ਕਰਨ 'ਚ ਵੀ ਤਿਆਰ ਆ। ਹਾਂ, ਬਹੁਤ ਸ਼ਰਧਾਵਾਨ ਹੈਗੇ ਆ, ਜਿਹੜੇ 100% ਬਹੁਤ ਗਾਈਡ ਬੰਦੇ ਆ, ਬੜੇ ਇੰਟੈਲੀਜੈਂਟ। ਉਹ ਕਹਿੰਦੇ ਅਸੀਂ ਫ੍ਰੀ ਆਫ ਕਾਸਟ ਸੇਵਾ ਕਰਨ ਲਈ ਤਿਆਰ ਆ। ਬਿਲਕੁਲ, ਮੈਂ ਤੇ ਇਹੀ ਸੁਖਬੀਰ ਸਿੰਘ ਨੇ ਤਜਰਬਾ ਕੀਤਾ ਸੀ, ਉਹਨਾਂ ਨੇ ਆਪਣਾ CA ਲਿਆ ਕੇ SGPC ਤੇ ਬਿਠਾ ਦਿੱਤਾ। ਇਹ ਕੋਈ ਵਪਾਰ ਨਹੀਂ ਹੈ SGPC। ਹਾਂਜੀ ਹਾਂਜੀ ਹਾਂਜੀ, ਵਪਾਰ ਵਾਂਗਰ ਨਹੀਂ ਚਲਾਇਆ ਜਾ ਸਕਦਾ। ਤੇ ਉਹ ਫੇਲ ਹੋ ਕੇ ਵਿਚਾਰਾ ਮੰਡਲ ਚੱਕ ਕੇ ਘਰ ਨੂੰ ਚਲ ਗਿਆ। ਚਲੋ, ਇਹ ਬੜਾ ਅਨਫੋਰਚੂਨੇਟ ਆ। ਇੱਕ ਦੋ ਗੱਲਾਂ ਲਾਸਟ ਵਿੱਚ, ਜਿਹੜਾ ਢੱਡਰੀਆਂ ਵਾਲਾ ਤੇ ਉਹ ਜਿਹੜਾ ਵਿਵਾਦ ਹੈਗਾ, ਉਹਦੇ ਨਾਲ ਇੱਕ ਸਿੱਖ ਕੌਮ ਵਿੱਚ ਇੱਕ ਤਾਂ ਪਹਿਲਾਂ ਬਹੁਤ ਵੰਡੀਓ ਹੈਗੀ ਆ ਨਾ, ਟੂ ਮੈਨੀ ਗਰੁੱਪਸ, ਕੋਈ ਇੱਧਰ ਆ ਕੋਈ ਇੱਧਰ ਆ, ਪੋਲੀਟੀਕਲੀ ਵੀ ਰਿਲੀਜੀਅਸਲੀ। ਪਰ ਇਹਦੇ ਨਾਲ ਉਹ ਇੱਕ ਵਰਟੀਕਲ ਡਿਵਾਈਡ ਹੋਣੇ ਦੀ ਇੱਕ ਖਦਸ਼ਾ ਹੈਗਾ। ਮਤਲਬ ਇਹਦੇ ਲਈ ਕੀ ਕਹਿੰਦੇ ਹੋ, ਕੌਣ ਜਸਟੀਫਾਈਡ ਆ, ਕੌਣ ਲੌਜੀਕਲੀ ਕਰੈਕਟ ਆ, ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ? ਦੇਖੋ, ਮੈਂ ਪਹਿਲਾਂ ਵੀ ਬੇਨਤੀ ਬਹੁਤ ਵਾਰੀ ਕੀਤੀ ਹੈ, ਜਦੋਂ ਸਾਡੀ ਜਿਹੜੀ ਹਿਸਟਰੀ ਆ, ਉਹਦੇ ਹਿਸਟਰੀ ਦੇ ਸੋਰਸਿਸ ਆ ਨਾ, ਉਹਦੇ ਉੱਤੇ ਦੋ ਸਕੂਲ ਆਫ ਥਾਟਸ ਕੰਮ ਕਰ ਰਹੇ। ਹਾਂਜੀ। ਕੁਝ ਲੋਕ ਆਪਣੇ ਵਿਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਤੱਕ ਸੀਮਤ ਰੱਖਣਾ ਚਾਹੁੰਦੇ ਆ। ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਿਤ ਮਰਜ਼ਾਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਫੈਸਲਿਆਂ ਨੂੰ ਆਪਣੇ ਜੀਵਨ ਉਹਦੇ ਮੁਤਾਬਕ ਚਲਾਉਣਾ ਚਾਹੁੰਦੇ ਆ। ਤੇ ਕੁਝ ਸੰਪਰਦਾਇ, ਕੁਝ ਹੋਰ ਗ੍ਰੰਥਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਦੇਈ ਬੈਠੇ। ਹਾਂਜੀ। ਉਹਨਾਂ ਦੀ ਜਿਹੜੀ ਸੋਚ ਹੈ, ਦੋਨਾਂ ਦਾ ਟਕਰਾਅ ਬਹੁਤ ਦੇਰ ਤੋਂ ਬਣਿਆ ਹੋਇਆ। ਔਰ ਇੱਕ ਸਮਾਂ ਜਦੋਂ ਅਸੀਂ ਐਗਜ਼ੈਕਟਿਵ ਦੇ ਮੈਂਬਰ ਵੀ ਸੀ, ਮੈਂ ਜਨਰਲ ਸੈਕਟਰੀ ਸੀਗਾ, ਜਦੋਂ ਢੱਡਰੀਆਂ ਵਾਲਿਆਂ ਦਾ ਸਾਥੀ ਇੱਕ ਸਿੰਘ ਇਸੇ ਜਜ਼ਬਾਤ ਵਿੱਚ ਕਤਲ ਕਰ ਦਿੱਤਾ ਗਿਆ। ਜਦੋਂ ਵਿਚਾਰਾਂ ਦੀ ਲੜਾਈ ਵਿਚਾਰਾਂ ਨਾਲ ਹੋਣੀ ਚਾਹੀਦੀ ਆ, ਤੇ ਜਦੋਂ ਐਕਸਟ੍ਰੀਮ ਹੋ ਜਾਏ ਕਿਸੇ ਬੰਦੇ ਦੇ ਕਤਲ ਤੋਂ ਵੱਧ ਹੋਰ ਕੀ ਹੋ ਸਕਦਾ। ਉਹ ਮਸਲਾ ਸਾਡੇ ਐਗਜ਼ੈਕਟਿਵ ਦੇ ਵਿੱਚ ਵੀ ਆਇਆ ਤੇ ਕੁਝ ਸੱਜਣਾਂ ਨੇ ਮੈਂ ਉਸ ਵੇਲੇ ਵੀ ਇਹ ਰਾਏ ਦਿੱਤੀ ਸੀ ਬਈ ਇਹ ਕੋਈ ਗਿਆਨ ਦੀ ਸੀਮਾ ਨਹੀਂ ਹੈ। ਜਿਸ ਨੇ ਜਿਹੜਾ ਗਿਆਨ ਪੜ੍ਹ ਲਿਆ ਉਹੀ ਅੰਤਮ ਨਹੀਂ ਹੈ। ਬਹੁਤ ਉੱਪਰ ਬੈਠਾ ਗਿਆਨ ਨੂੰ ਕਾਮਨ ਕੰਸੈਂਸਸ ਤੇ ਲਿਆ ਕੇ ਖਤਮ ਕੀਤਾ ਜਾ ਸਕਦਾ ਵੀ ਤੂੰ ਇੰਨਾ ਕੁ ਤੂੰ ਛੱਡ ਦੇ, ਇੰਨਾ ਕੁ ਤੂੰ ਛੱਡ ਦੇ, ਤੇ ਆਪਾਂ ਰਲ ਮਿਲ ਕੇ ਕੰਮ ਚਲਾਉਣੇ ਆ। ਪਹਿਲਾਂ ਵੀ ਅਕਾਲ ਤਖਤ ਸਾਹਿਬ ਨੂੰ ਏਦਾਂ ਹੀ ਚੱਲਦਾ ਰਿਹਾ। ਮੈਂ ਐਗਜ਼ੈਕਟਿਵ ਤੇ ਬੇਨਤੀ ਕੀਤੀ ਸੀ ਵੀ ਜਥੇਦਾਰ ਸਾਹਿਬ ਨੂੰ ਦੋਨਾਂ ਧਿਰਾਂ ਨੂੰ ਬਿਠਾਲਣਾ ਚਾਹੀਦਾ, ਉਹਨਾਂ ਨੂੰ ਕੋਲ ਬਿਠਾ ਕੇ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਦੋਨਾਂ ਨੂੰ ਸ਼ਾਂਤ ਕਰਨਾ ਚਾਹੀਦਾ। ਤੇ ਜੇ ਇਹ ਨਾ ਰੁਕਿਆ ਤੇ ਭਰਾ ਮਾਰੂ ਜੰਗ ਦਾ ਆਰੰਭ ਹੋਏਗਾ, ਜਿਹਦਾ ਪਤਾ ਨਹੀਂ ਕਿੱਥੇ ਜਾ ਕੇ ਮੁੱਕਣਾ। ਹਾਂਜੀ ਹਾਂਜੀ ਹਾਂਜੀ। ਤੇ ਉਸ ਵੇਲੇ ਵੀ ਇੱਕ ਧਿਰ ਵਜੋਂ ਹੀ ਸਾਡੀ ਸੰਸਥਾ ਵਿਚਰੀ
ਜਿਹਦੇ ਕਰਕੇ ਹਾਂਜੀ। ਢੱਡੀਆਂ ਦਾ ਇਸ ਗੱਲ ਤੇ ਆ ਗਿਆ ਵੀ ਮੈਨੂੰ ਉੱਥੇ ਇਨਸਾਫ ਨਹੀਂ ਮਿਲਣਾ। ਮੈਥੋਂ ਇਨਸਾਫ ਨਹੀਂ ਮਿਲਣਾ, ਉਹ ਬਾਰ-ਬਾਰ ਇਹ ਗੱਲਾਂ ਵਿੱਚ ਕਹਿੰਦਾ ਹੈਗਾ ਵੀ ਮੈਨੂੰ ਉੱਥੋਂ ਇਨਸਾਫ ਨਹੀਂ ਮਿਲਣ ਲੱਗਦਾ ਹੈਗਾ। ਇਸ ਗੱਲ ਕਰਕੇ ਉਹ ਦੂਰ ਹੁੰਦਾ ਗਿਆ। ਹੁਣ ਦੇਖੋ ਆਪਾਂ ਨੂੰ ਤੇ ਚਾਹੀਦਾ ਇਹ ਹੈ ਨਾ ਵੀ ਜੇ ਅਸੀਂ ਅਕਾਲ ਤਖਤ ਸਾਰਿਆਂ ਦਾ ਸਾਂਝਾ, ਸ਼੍ਰੋਮਣੀ ਕਮੇਟੀ ਸਭ ਦੀ ਸਾਂਝੀ ਹੈ, ਉਹ ਹਾਂਜੀ ਕਿਸੇ ਹਾਂਜੀ। ਇੱਕ ਧਿਰ ਨਾਲ ਨਹੀਂ ਚੱਲ ਸਕਦੀ। ਉਹ ਤਾਂ ਹੂੰ। ਸਾਰਿਆਂ ਨੂੰ ਬਿਠਾਲ ਕੇ ਬੁੱਕਲ 'ਚ ਲੈ ਕੇ ਕੌਮੀ ਏਕਤਾ, ਕੌਮੀ ਇਕਸੁਰਤਾ ਬਣਾਉਣ ਦਾ ਕੰਮ ਕਰਨਾ ਚਾਹੀਦਾ ਸੀ। ਉਹ ਦਿਨੋਂ ਹਾਂ, ਦਿਨ ਜਿਹੜਾ ਕਿ ਕਮੀ ਰਹੀ ਹੈਗੀ ਹੈ, ਜਿਹੜਾ ਕਮੀ ਰਹੀ ਹੈਗੀ ਹੈ ਮਤਲਬ ਉਹ ਉਹੀ ਪਾੜਾ ਵੱਧ ਗਿਆ, ਅੱਗੇ ਜਾਂਦਾ ਜਾਂਦਾ ਅੱਗੇ ਵਧੀ। ਅੱਛਾ, ਇੱਕ ਪੌਰ ਸਾਹਿਬ ਹੋਰ ਮੈਨੂੰ ਗੱਲ ਦੱਸਿਓ। ਕੱਲ ਉਹਦਾ ਮੈਂ ਕਿਸੇ ਚੈਨਲ ਤੇ ਢੱਡੀਆਂ ਵਾਲਾ ਦਾ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਕਿਤੇ ਕਿਤੇ ਇਲੌਜੀਕਲ ਵੀ ਹੋ ਜਾਂਦਾ। ਜਿਵੇਂ ਸੂਰਜ ਪ੍ਰਕਾਸ਼ ਗ੍ਰੰਥ ਹੈਗਾ, ਮੰਨ ਲਓ ਉਹਦੇ ਵਿੱਚ ਜਿਹੜਾ ਕੁਛ ਕੋਈ ਚੀਜ਼ਾਂ ਗੱਲਾਂ ਕੀਤੀਆਂ ਹੈਗੀਆਂ, ਉਹ ਸਟੈਂਡਰਡ ਤੇ ਫਾਈਨਲ ਨਹੀਂ ਅਸੀਂ ਮੰਨ ਸਕਦੇ। ਫਾਈਨਲ ਤਾਂ ਗ੍ਰੰਥ ਸਾਹਿਬ ਨੂੰ ਮੰਨਣਾ ਪਏਗਾ। ਕੀ ਇਹਦੇ ਵਿੱਚ ਕੀ ਮਰਿਆਦਾ ਹੈਗੀ ਆ? ਤੁਸੀਂ ਦੇਖੋ ਇੱਕ ਛੋਟੀ ਜਿਹੀ ਗੱਲ ਨੂੰ ਉਹ ਵੱਡਾ ਵੱਡਾ ਰੂਪ ਦੇ ਕੇ ਤੇ ਆਹ ਲਿਖਿਆ ਤੇ ਆਹ ਲਿਖਿਆ, ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ? ਦੇਖੋ ਇਸ ਤਰ੍ਹਾਂ ਹੈਗਾ, ਜਿਹੜੇ ਇਹ ਸਹਾਇਕ ਗ੍ਰੰਥ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਜਿਹੜੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਤਾਂ ਨਹੀਂ ਆਪਾਂ ਦੇ ਸਕਦੇ, ਜਿਹੜੇ ਹਿਸਟਰੀ ਦੇ ਸੋਰਸ, ਜਿਹੜੇ ਸੋਰਸਿਸ ਅਵੇਲੇਬਲ ਆਫ ਹਿਸਟਰੀ ਕਹਿ ਸਕਦੇ ਹਾਂ ਅਸੀਂ, ਹੈ ਨਾ। ਹਾਂਜੀ ਹਾਂਜੀ ਅੱਛਾ, ਹਾਂਜੀ। ਉਹਨਾਂ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਹਨਾਂ ਦਾ ਹੀ ਜ਼ਿਕਰ ਇਕਬਾਲ ਸਿੰਘ ਨੇ ਕੀਤਾ ਸੀ। ਤੇ ਫਿਰ ਇਹਨੂੰ ਸਟੈਂਡਰਡ ਥੋੜੀ ਅਸੀਂ ਮੰਨ ਸਕਦੇ ਹਾਂ ਇਹਨਾਂ ਦਾ ਹੈਗਾ। ਉਹਨਾਂ ਨੂੰ ਉਹ ਇਹਦਾ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ। ਤੁਸੀਂ ਜਿੰਨਾ ਕੁ ਤੁਹਾਨੂੰ ਚਾਹੀਦਾ ਉਹਨਾਂ ਪੋਰਸ਼ਨ ਰੱਖ ਲਓ ਜੀ। ਦੇਖੋ ਮੈਂ ਉਸੇ ਗੱਲ ਤੇ ਆਉਣ ਲੱਗਾ ਸੀ। ਹੁੰਦਾ ਕੀ ਹੈ, ਤੁਸੀਂ ਆਪਣੀ ਜਾਣਕਾਰੀ ਦੇ ਵਾਧੇ ਲਈ ਸਹਾਇਕ ਗ੍ਰੰਥ ਪੜ੍ਹਦੇ ਹੋ। ਕੋਈ ਅੱਛਾ ਸੂਰਜ ਜੀ। ਪ੍ਰਕਾਸ਼ ਪੜ੍ਹ ਸਕਦਾ ਹੈ, ਹਨਾ, ਕੋਈ ਗਿਆਨੀ ਹਾਂਜੀ ਗਿਆਨ ਸਿੰਘ ਨੂੰ ਪੜ੍ਹ ਸਕਦਾ ਹੈ, ਕੋਈ ਤਵਾਰੀਖਾਂ ਨੂੰ ਪੜ੍ਹ ਸਕਦਾ, ਕੋਈ ਕਿਸੇ ਨੂੰ ਪੜ੍ਹ ਸਕਦਾ, ਹਨਾ, ਕੋਈ ਵੀ ਜਿਹੜੇ ਸਹਾਇਕ ਅੱਛਾ ਗ੍ਰੰਥ ਜੀ। ਹੈ ਹਿਸਟਰੀ ਹਾਂਜੀ। ਪੜ੍ਹਨ ਦੇ ਕੋਈ ਸਾਰਾ ਕੁਝ ਕਰ ਸਕਦਾ ਹੈ। ਜੇ ਉਹਦੇ ਵਿੱਚ ਕੋਈ ਕੰਟੈਂਟਸ ਗੁਰੂ ਸਾਹਿਬ ਦੇ ਕਿਰਦਾਰ ਕੁਛ ਹੀ ਕਰਦੇ ਆ, ਜੇ ਕੋਈ ਕੰਟੈਂਟਸ ਉਹਦੇ ਕੁਝ ਅੰਸ਼ ਹੈ ਜਿਹੜੇ ਆਪਣੇ ਹਾਂ ਸਿੱਖ ਨੂੰ ਢਾਹ ਲਾਉਂਦੇ ਆ, ਆਪਣੇ ਸ਼ਹੀਦਾਂ ਨੂੰ ਢਾਹ ਲਾਉਂਦੇ ਆ, ਜਾਂ ਉਹਨਾਂ ਦੀ ਕਿਰਦਾਰ ਦੇ ਖਿਲਾਫ ਲੱਗਦੇ ਆ, ਅੱਜ ਢੱਡਰੀਆਂ ਵਾਲੇ ਨੂੰ ਤੁਸੀਂ ਚੁੱਪ ਕਰਾ ਲਓਗੇ। ਜੇ ਉਹ ਗ੍ਰੰਥਾਂ ਵਿੱਚੋਂ ਨਾ ਕੱਢੋਗੇ, ਕੱਲ ਨੂੰ ਕੋਈ ਹੋਰ ਢੱਡਰੀਆਂ ਵਾਲਾ ਪੜ੍ਹ ਕੇ ਢੱਡਰੀਆਂ ਵਾਲਾ ਬਣ ਜਾਊ। ਇਹ ਵੀ ਗੱਲ ਠੀਕ ਹੈ। ਹਾਂ, ਯੈਸ ਚਾਹੀਦਾ ਯੈਸ, ਤਾਂ ਇਹ ਇਹਨਾਂ ਲੌਜੀਕ ਉਹਨਾਂ ਦੀ ਅਥੈਂਟੀਕੇਸ਼ਨ ਹੋਣੀ ਚਾਹੀਦੀ ਹੈ। ਉਹਨਾਂ ਗ੍ਰੰਥਾਂ ਵਿੱਚ ਜੋ ਕੁਝ ਲਿਖਿਆ ਹੈ, ਜੇ ਉਹ ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਅਨੁਕੂਲ ਨਹੀਂ, ਉਹਨੂੰ ਕੱਢ ਦੇਣਾ ਚਾਹੀਦਾ। ਹਾਂ, ਇੱਕ ਵਾਰੀ ਇੱਕ ਕਮੇਟੀ ਇੰਟੈਲੈਕਚੁਅਲ ਦੀ ਬਿਠਾ ਕੇ ਜਿਹੜੇ ਇਸ ਤਰ੍ਹਾਂ ਦੇ ਸਹਾਇਕ ਗ੍ਰੰਥ ਆ ਉਹਨਾਂ ਦੀ ਉਹਦਾ ਹੀ ਪੜਚੋਲ ਕਰਕੇ ਉਹਨਾਂ ਦੇ ਰਿਵਾਈਜ਼ਡ ਐਡੀਸ਼ਨ ਕੱਢ ਦੇਣੇ ਚਾਹੀਦੇ, ਤਾਂ ਕਿ ਕੋਈ ਕੰਟਰੋਵਰਸੀ ਰਹੇ ਨਾ। ਮੇਰੇ ਯਤਨਾਂ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖੀਜ਼ਮ ਬਣਾਇਆ ਹੋਇਆ। ਉਹਦੇ ਵਿੱਚ ਅੱਛਾ, ਵਿਦਵਾਨਾਂ ਨੂੰ, ਇਹ ਵੀ ਹੈ। ਹਾਂਜੀ, ਵਿਦਵਾਨਾਂ ਨੂੰ ਸਮਾਂ ਦੇਣ, ਉਹਨਾਂ ਨੂੰ ਕਹਿਣ ਵੀ ਇਸ ਸਮੇਂ ਦੀ ਵੰਡ ਕਰਕੇ ਤੁਸੀਂ ਇਤਿਹਾਸ ਨੂੰ ਸੁਧਾਈ ਕਰੋ ਇਹਦੀ। ਪਰ ਪ੍ਰੋਬਲਮ ਉਹਦੇ 'ਚ ਇਹ ਹੈ ਬਈ ਸਰਦਾਰ ਸੁਖਬੀਰ ਸਿੰਘ ਜਿਹੜਾ ਉਹ ਸੰਪਰਦਾਈ ਲੋਕਾਂ ਦੇ ਜ਼ਿਆਦਾ ਨੇੜੇ ਆ, ਉਹ ਸ੍ਰੀ ਹਾਂ ਅਕਾਲ ਸਮਝੇ। ਤਖਤ ਸਾਹਿਬ ਦੀ ਮਰਜ਼ਾਦਾ ਮੰਨਣ ਵਾਲਿਆਂ ਦੇ ਘੱਟ ਨੇੜੇ ਆ। ਹਾਂ ਤੇ ਸਮਝੇ ਜੇ ਸਮਝੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸੇ ਨੇ ਪ੍ਰਬੰਧਕ ਬਣਨਾ, ਪ੍ਰਸ਼ਾਸਕ ਬਣਨਾ, ਜਾਂ ਉਹਦੇ ਤੇ ਆਪਣਾ ਕਬਜ਼ਾ ਰੱਖਣਾ, ਤੇ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਤਾਂ ਮੰਨਣੀ ਪਊ ਨਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਉਹ ਸੁਖਬੀਰ ਸਿੰਘ ਸੋ ਦਾ ਇਹ ਨੇੜ ਬੜਾ ਅਨਫੋਰਚੂਨੇਟ ਹੈ। ਇੱਕ ਲਾਸਟ ਸਵਾਲ ਹੈ ਪੌਲ ਸਾਹਿਬ, ਇਹਦਾ ਸੋਲੂਸ਼ਨ ਕੀ ਹੈ? ਮਤਲਬ ਇੱਕ ਵਰਟੀਕਲ ਇੱਕ ਕਲੈਸ਼ ਜਾਂ ਸਪਲਿਟ ਕਮਿਊਨਿਟੀ ਵਿੱਚ ਅਜੇ ਵੀ ਹੋਣੇ ਦੀ ਵਿੱਚ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਕੋਈ ਢੱਡਰੀਆਂ ਵਾਲਾ ਦੇ ਖਿਲਾਫ ਲਿਖਦਾ ਕਮੈਂਟ, ਬਹੁਤ ਸਾਰੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਉਹਦੇ ਖਿਲਾਫ ਵੀ ਲਿਖਦੇ ਹੈਗੇ ਆ। ਇਹਦਾ ਸੋਲੂਸ਼ਨ ਕੀ ਲੱਗਦਾ ਤੁਹਾਨੂੰ? ਦੇਖੋ ਇਹਦੇ 'ਚ ਇਸ ਤਰ੍ਹਾਂ ਹੈਗਾ, ਮੈਂ ਜਿਵੇਂ ਬੇਨਤੀ ਕੀਤੀ ਨਾ, ਜੇ ਉਹਨਾਂ ਦੇ ਗ੍ਰੰਥਾਂ ਦੇ ਵਿੱਚੋਂ ਹੀ ਪੜ੍ਹ ਕੇ ਲਿਖਦਾ ਨਾ ਕੋਈ ਦੱਸਦਾ। ਹੁਣ ਹਾਂਜੀ ਜੇ ਮੋਦੀ ਨੇ ਕਮੈਂਟ ਕੀਤਾ ਰਾਮ ਜਨਮ ਭੂਮੀ ਦੇ ਜਿਹੜਾ ਉਹ ਸ਼ਿਲਾ ਨਿਆਸ ਕੀਤਾ, ਜੇ ਗਿਆਨੀ ਇਕਬਾਲ ਸਿੰਘ ਨੇ ਕੀਤਾ, ਤੇ ਕਿਹਾ ਉਹਨਾਂ ਨੇ ਕੀ ਹੈ? ਕਿਹਾ ਤਾਂ ਇਹੀ ਹੈ ਨਾ ਵੀ ਤੁਸੀਂ ਆਪਣਾ ਫਲਾਨਾ ਗ੍ਰੰਥ ਪੜ੍ਹੋ ਜੀ, ਉਹਦੇ 'ਚ ਕੀ ਲਿਖਿਆ। ਹਾਂਜੀ ਹਾਂ ਹਾਂ। ਤੇ ਜਦੋਂ ਤੱਕ ਆਪਾਂ ਉਹਨਾਂ ਗ੍ਰੰਥਾਂ ਦੇ ਵਿੱਚ ਖਾਲਸਾਈ ਸੋਚ ਦੇ ਮੁਤਾਬਕ ਉਹਦੇ ਕੰਟੈਂਟਸ ਨੂੰ ਅਲੱਗ ਨਹੀਂ ਕਰਾਂਗੇ, ਆਪਾਂ ਕਹਿ ਵੀ ਰਹੇ ਰਲਾ ਰਲਿਆ, ਤੇ ਰਲਾ ਕੱਢੂਗਾ ਕੌਣ? ਫਿਰ ਅੱਜ ਢੱਡਰੀਆਂ ਵਾਲੇ ਨੂੰ ਬੰਦ ਕਰਾ ਦਿੰਦੇ, ਕੱਲ ਨੂੰ ਗ੍ਰੰਥ ਕੋਈ ਤੁਹਾਡੇ ਵਰਗਾ ਪੜ੍ਹ ਕੇ ਭੜਕ ਜਾਵੇ, ਮੇਰੇ ਗੁਰੂ ਬਾਰੇ ਆਹ ਕਿਵੇਂ ਲਿਖਿਆ ਜੀ, ਮੇਰਾ ਗੁਰੂ ਫੀਮ ਖਾਂਦਾ ਸੀ। ਸਮਝ ਗਏ ਠੀਕ ਠੀਕ ਸਹੀ ਠੀਕ। ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਅਨੁਕੂਲ ਜਿਹੜਾ ਇਤਿਹਾਸ ਨਹੀਂ, ਉਹਨੂੰ ਡਿਸਕਾਰਡ ਕਰ ਦੇਣਾ ਚਾਹੀਦਾ। ਬਿਲਕੁਲ ਠੀਕ ਆ। ਇੱਕ ਲਾਸਟ ਸਵਾਲ ਆ, ਅਕਾਲ ਤਖਤ ਸਾਹਿਬ ਤੋਂ ਇਹ ਐਕਸਪੈਕਟ ਕੀਤਾ ਜਾਂਦਾ ਹੈਗਾ ਉੱਥੇ, ਮਤਲਬ
ਜਿਹਨੂੰ ਪੰਜਾਬੀ ਵਿੱਚ ਕਹਿੰਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਨਿਚੋੜ ਕੇ ਫਿਰ ਇਹ ਫੈਸਲਾ ਆਵੇ, ਇਹ ਇਸ ਤਰ੍ਹਾਂ ਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਅਕਾਲ ਤਖਤ ਸਾਹਿਬ ਤੇ ਤਾਂ ਕੁਦਰਤੀ ਵਰਤਦੀ ਆ, ਮਾਲਕ ਸੱਚੇ ਪਾਤਸ਼ਾਹ ਆਪੇ ਹੀ ਕਰਦਾ ਕਰਾਉਂਦਾ। ਬੰਦਾ ਜਿੰਨੀਆਂ ਮਰਜ਼ੀਆਂ ਚਲਾਕੀ ਕਰਕੇ ਕਿਸੇ ਨੂੰ ਫੇਵਰ ਕਰਨ ਦੀ ਵੀ ਕੋਸ਼ਿਸ਼ ਕਰੇ, ਪਰੰਤੂ ਅਕਾਲ ਪੁਰਖ ਦਾ ਹੁਕਮ ਅਟੱਲ ਹੈ। ਉੱਥੇ ਗੁਰੂ ਸਾਹਿਬ ਦਾ ਪਹਿਰਾ, ਬੰਦਾ ਬੰਦਿਆਂ ਨੂੰ ਧੋਖਾ ਦੇ ਸਕਦਾ, ਗੁਰੂ ਨੂੰ ਧੋਖਾ ਨਹੀਂ ਦੇ ਸਕਦਾ। ਪਿਛਲੇ ਸਮੇਂ 'ਚ ਆਪਾਂ ਦੇਖਿਆ ਬੰਦਿਆਂ ਨੇ ਸੌਦਾ ਸਾਧ ਨੂੰ ਮਾਫੀ ਦਵਾਈ, ਆਪਣੀਆਂ ਕੋਠੀਆਂ 'ਚ ਸੱਦ ਕੇ। ਪੰਥ ਨੇ ਮੰਨ ਲਈ? ਹਾਂ, ਪੰਥ ਨੇ ਨਹੀਂ ਮੰਨੇ। ਹਾਂਜੀ, ਪੰਥ ਨਹੀਂ ਮੰਨਦਾ। ਤੇ ਜਿਹੜੇ ਮਾਫੀ ਦੇਣ ਵਾਲੇ ਸੀ ਨਾ, ਉਹ ਵੀ ਇੱਕ ਇਤਿਹਾਸ ਹੈ। ਅਲਟੀਮੇਟਲੀ ਉਹਨਾਂ ਨੂੰ ਵੀ ਪਾਸੇ ਹੋਣਾ ਪਿਆ। ਨਹੀਂ, ਪਾਸੇ ਤਾਂ ਹੋਣਾ ਪਿਆ ਹੀ ਪਿਆ। ਉਹਨਾਂ ਲੋਕਾਂ ਨੇ ਜਦੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਤਾਂ ਬਰਗਾੜੀ ਕਾਂਡ ਦੇ ਰੋਸ ਵਜੋਂ ਇੱਕ ਸ਼ੋਕ ਸਮਾਗਮ ਕੀਤਾ, ਕੋਈ ਜਥੇਦਾਰ ਨਹੀਂ ਬਰਗਾੜੀ ਗਿਆ ਸੀ। ਤੇ ਜਦੋਂ ਇਹ ਜਥੇਦਾਰ ਪਾਣ ਲੈ ਕੇ ਪਹੁੰਚੇ ਅੰਦਰ, ਤੇ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਸੀ ਵੀ ਜਥੇਦਾਰ ਸਾਹਿਬ ਤੁਹਾਨੂੰ ਕੋਈ ਹੱਕ ਨਹੀਂ ਉੱਥੇ ਜਾਣ ਦਾ ਅੰਦਰ, ਤੁਸੀਂ ਕਾਹਦਾ ਪਛਤਾਵਾ, ਤੁਸੀਂ ਤਾਂ ਝੂਠੀਆਂ ਮਾਫੀਆਂ ਦਿੰਦੇ ਰਹੇ ਹੋ। ਉੱਥੇ ਕਲਾ ਕੁਦਰਤ ਕਰਦੀ ਹੈ, ਮਾਲਕ ਦੀ ਕਦਰ ਵਰਤਦੀ ਹੈ। ਉਹ ਨਿੱਕੇ ਨਿੱਕੇ ਜਿਹੜੇ ਵਿਚਾਰੇ ਛੋਟੇ ਛੋਟੇ ਸੇਵਾਦਾਰ ਸੀ, ਨਿੱਕੀਆਂ ਨਿੱਕੀਆਂ ਨੌਕਰੀਆਂ ਕਰਦੇ, ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ ਵੀ ਚੱਲ ਤੇਰਾ ਕਿੱਥੇ ਕੀ ਕੰਮ ਲੈਣਾ। ਬਿਲਕੁਲ ਬਿਲਕੁਲ ਬਿਲਕੁਲ। ਚਲੋ, ਇਹ ਜਿਵੇਂ ਤੁਸੀਂ ਕਿਹਾ ਹੈਗਾ, ਅਲਟੀਮੇਟਲੀ ਜੇ ਕੁਛ ਕਰੇਗਾ ਵੀ ਤਾਂ ਅੱਗੇ ਗੁਰੂ ਮਹਾਰਾਜ ਦੇਖਣ ਵਾਲੇ ਆ। ਤੇ ਇਸ ਤਰ੍ਹਾਂ ਦਾ ਵੈਸੇ ਅਕਾਲ ਤਖਤ ਦੀ ਜਿਹੜਾ ਹੈਗਾ ਬਿਲਕੁਲ ਜੋ ਹਰ ਇੱਕ ਜਿਹੜਾ ਸਿੱਖ ਸ਼ਰਧਾਲੂ ਆ ਉਹਨੂੰ ਉਮੀਦ ਆ ਵੀ ਮੈਨੂੰ ਪੂਰਾ ਇਨਸਾਫ ਮਿਲੇਗਾ ਤੇ ਮਿਲਣਾ ਚਾਹੀਦਾ ਵੀ ਆ। ਭੌਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਵਧੀਆ ਤੁਸੀਂ ਗੱਲਾਂ ਦੱਸੀਆਂ ਹੈਗੀਆਂ। ਇਹ ਜਿਹੜੇ ਐਪੀਸੋਡ ਹੋਏ ਹੈਗੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ, ਧੰਨਵਾਦ। ਵਾਹਿਗੁਰੂ ਖਾਲਸਾ।